ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਵਿੱਚ ਦਰਜ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਕਿੱਧਰ ਗਈਆਂ ਭੈਣਾਂ ਬਾਰੇ ਗੱਲ ਕਰਾਂਗੇ। ਬੱਚਿਓ, ਇਸ ਕਵਿਤਾ ਦੇ ਕਵੀ ਡਾਕਟਰ ਹਰਭਜਨ ਸਿੰਘ ਹਨ। ਬਹੁਤ ਹੀ ਪ੍ਰਸਿੱਧ ਕਵੀ ਹੈ ਬੇਟਾ ਇਹ। ਇਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਕਾਵਿ ਸੰਗ੍ਰਹਿ ਲਿਖੇ, ਕਵੀ ਦੇ ਤੌਰ ਤੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਪਰ ਕਵਿਤਾ ਤੋਂ ਇਲਾਵਾ ਪੰਜਾਬੀ ਸਾਹਿਤ ਜਗਤ ਦੇ ਵਿੱਚ ਇਹਨਾਂ ਦੀ ਪਹਿਚਾਣ ਇੱਕ ਆਲੋਚਕ ਦੇ ਤੌਰ ਤੇ ਹੈ। ਇਹ ਪੰਜਾਬੀ ਸਾਹਿਤ ਦੇ ਬਹੁਤ ਵੱਡੇ ਆਲੋਚਕ ਹੋਏ ਤੇ ਆਧੁਨਿਕ ਕਾਵਿਧਾਰਾ ਦੇ ਪ੍ਰਸਿੱਧ ਕਵੀ ਹੈ। ਇਹਨਾਂ ਦੀਆਂ ਕਵਿਤਾਵਾਂ ਮਨੁੱਖ ਦੇ ਮਨ ਦੇ ਨਾਲ ਸੰਬੰਧਿਤ, ਮਨ ਦੀਆਂ ਸਮੱਸਿਆਵਾਂ ਦੇ ਨਾਲ ਸੰਬੰਧਿਤ, ਮਨ ਦੀ ਡੂੰਘਾਈ ਦੇ ਨਾਲ ਸੰਬੰਧਿਤ ਨੇ। ਇਹਨਾਂ ਦਾ ਜਨਮ 11 ਅਗਸਤ 1920 ਈਸਵੀ ਨੂੰ ਲਮਡਿੰਗ, ਅਸਾਮ ਦੇ ਵਿੱਚ ਹੋਇਆ। ਆਪ ਹਿੰਦੀ ਤੇ ਅੰਗਰੇਜ਼ੀ ਸਾਹਿਤ ਦੇ ਬਹੁਤ ਵੱਡੇ ਵਿਦਵਾਨ ਸੀ। ਦੋਨਾਂ ਹੀ ਵਿਸ਼ਿਆਂ ਦੇ ਵਿੱਚ ਇਹਨਾਂ ਨੇ MA ਦੀ ਸਿੱਖਿਆ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਦੇ ਵਿੱਚ ਬਹੁਤ ਲੰਮੇ ਸਮੇਂ ਤੱਕ ਲੈਕਚਰਰ ਦੀ ਪਦਵੀ ਤੇ ਰਹੇ। ਦਿੱਲੀ ਯੂਨੀਵਰਸਿਟੀ ਦੇ ਵਿੱਚ ਭਾਰਤੀ ਭਾਸ਼ਾਵਾਂ ਵਿਭਾਗ ਦੇ ਅਧਿਆਕਸ਼ ਪਦ ਉੱਤੇ ਲੱਗੇ ਰਹੇ। ਆਪ ਦੀ ਰਚਨਾ ਨੂੰ ਕਾਫੀ ਸਾਰੇ ਅਵਾਰਡ, ਪੁਰਸਕਾਰ ਪ੍ਰਾਪਤ ਹੋਏ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਹੈ ਸਾਹਿਤ ਅਕਾਦਮੀ ਅਵਾਰਡ, ਜਿਹੜਾ ਆਪ ਨੂੰ 1969 ਈਸਵੀ ਦੇ ਵਿੱਚ ਪ੍ਰਾਪਤ ਹੋਇਆ। ਪੰਜਾਬ ਸਟੇਟ ਇਨਾਮ 1963 ਈਸਵੀ ਦੇ ਵਿੱਚ, ਪੰਜਾਬ ਸਰਕਾਰ ਸ਼੍ਰੋਮਣੀ ਅਵਾਰਡ 1975 ਦੇ ਵਿੱਚ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਪੁਰਸਕਾਰ ਗਿਆਨਪੀਠ ਸਨਮਾਨ, ਕਬੀਰ ਸਨਮਾਨ ਤੇ ਹੋਰ ਅਨੇਕਾਂ ਮਾਣ ਸਨਮਾਨ ਪ੍ਰਾਪਤ ਹੋਏ। ਇਹਨਾਂ ਦੇ ਅਨੇਕਾਂ ਕਾਵਿ ਸੰਗ੍ਰਹਿ ਭਾਵ ਕਵਿਤਾ ਦੀਆਂ ਕਿਤਾਬਾਂ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ। ਜ਼ਿਆਦਾਤਰ ਕਵਿਤਾਵਾਂ ਜਿਹੜੀਆਂ ਉਹ ਬੌਧਿਕ ਰੰਗਣ ਵਾਲੀਆਂ ਨੇ, ਭਾਵ ਭਾਵਨਾਵਾਂ ਦੇ ਨਾਲੋਂ ਉਹਨਾਂ ਦੇ ਵਿੱਚ ਵਿਚਾਰ ਤਰਕ ਦੀ ਪ੍ਰਧਾਨਤਾ ਹੈ। ਹਾਲਾਂਕਿ ਕਵਿਤਾ ਹੈ ਜਿਹੜੀ, ਉਸ ਦੇ ਵਿੱਚ ਜ਼ਿਆਦਾ ਵਿਸ਼ਾ ਹੈ ਜਿਹੜਾ ਉਹ ਅੰਦਰੂਨੀ ਭਾਵਨਾਵਾਂ ਨੂੰ ਹੀ ਲਿਆ ਜਾਂਦਾ ਹੈ। ਪਰ ਆਪਨੇ ਪੰਜਾਬੀ ਸਾਹਿਤ ਜਗਤ ਨੂੰ ਇੱਕ ਵੱਖਰਾ ਮੋੜ ਦਿੱਤਾ, ਵਿਸ਼ੇਸ਼ ਕਰਕੇ ਪੰਜਾਬੀ ਕਵਿਤਾ ਨੂੰ। ਆਪਨੇ ਜੀਵਨ ਦੀ ਨਿਰਾਸ਼ਤਾ, ਕਰਮਹੀਣਤਾ, ਸਮਾਜਿਕ ਮਨੋਵਿਗਿਆਨਕ ਪਰਿਸਥਿਤੀਆਂ, ਮਨੁੱਖੀ ਭਾਵਾਂ ਦੀ ਸੂਖਮਤਾ ਅਤੇ ਗਹਿਰਾਈ ਨੂੰ ਬਰੀਕੀ ਨਾਲ ਚਿਤਰਿਆ। ਜਿਹੜੀ ਆਪਣੀ ਇਹ ਪਾਠ ਪੁਸਤਕ ਹੈ, ਉਸ ਦੇ ਵਿੱਚ ਆਪ ਦੀ ਕਵਿਤਾ ਕਿੱਥੇ ਗਈਆਂ ਭੈਣਾਂ ਸ਼ਾਮਿਲ ਕੀਤੀ ਗਈ ਹੈ। ਇਸ ਕਵਿਤਾ ਵਿੱਚ ਬੇਟਾ ਕਵੀ ਨੇ ਵਰਤਮਾਨ ਸਮੇਂ ਵਿੱਚ ਰਿਸ਼ਤਿਆਂ ਦੀ ਗੁਆਚ ਰਹੀ ਪਵਿੱਤਰਤਾ ਤੇ ਅਜੋਕੇ ਮਾਨਵੀ ਵਿਹਾਰਾਂ ਉੱਤੇ ਦੁੱਖ ਪ੍ਰਗਟ ਕੀਤਾ। ਹੁਣ ਜਿਵੇਂ ਆਪਾਂ ਨੂੰ ਇਸ ਕਵਿਤਾ ਦਾ ਸਿਰਲੇਖ ਹੀ ਦੱਸਦਾ ਹੈ, ਕਿੱਥੇ ਗਈਆਂ ਭੈਣਾਂ, ਭਾਵ ਕਵੀ ਹੈ ਜਿਹੜਾ ਉਹ ਇਸ ਕਵਿਤਾ ਦੇ ਵਿੱਚ ਭੈਣਾਂ ਨੂੰ ਲੱਭਦਾ ਹੈ। ਅਸਲ ਦੇ ਵਿੱਚ ਅਸੀਂ ਜਿਵੇਂ ਜਿਵੇਂ ਤਰੱਕੀ ਕਰ ਰਹੇ ਹਾਂ, ਅੱਗੇ ਵਧ ਰਹੇ ਹਾਂ, ਉਵੇਂ ਉਵੇਂ ਅਸੀਂ ਆਪਣੇ ਮਨੁੱਖੀ ਰਿਸ਼ਤਿਆਂ ਨੂੰ ਗਵਾ ਰਹੇ ਹਾਂ। ਮਨੁੱਖੀ ਰਿਸ਼ਤਿਆਂ ਦੇ ਵਿੱਚ ਪਹਿਲਾਂ ਵਾਲਾ ਨਿੱਘ, ਪਹਿਲਾਂ ਵਾਲਾ ਮੋਹ ਅੱਜ ਨਹੀਂ ਰਿਹਾ। ਤੁਸੀਂ ਆਮ ਤੌਰ ਤੇ ਹੀ ਬਜ਼ੁਰਗਾਂ ਦੇ ਮੂੰਹੋਂ ਇਹ ਗੱਲ ਸੁਣੀ ਹੋਣੀ ਹੈ ਕਿ ਹੁਣ ਮਨੁੱਖ ਹੈ ਜਿਹੜੇ ਉਹ ਪਹਿਲਾਂ ਵਰਗੇ ਨਹੀਂ,
ਇਸ ਕਰਕੇ ਰਿਸ਼ਤੇ ਹੈ ਜਿਹੜੇ ਉਹ ਵੀ ਪਹਿਲਾਂ ਵਰਗੇ ਨਹੀਂ। ਸਭ ਕੁਝ ਪਦਾਰਥਵਾਦੀ ਯੁੱਗ ਦੇ ਵਿੱਚ ਪਦਾਰਥਵਾਦੀ ਹੀ ਹੋ ਗਿਆ। ਤਾਂ ਬੇਟਾ ਪਹਿਲੇ ਸਮੇਂ ਦੇ ਵਿੱਚ ਜਦੋਂ ਵਿਗਿਆਨ ਨੇ ਬਹੁਤੀ ਤਰੱਕੀ ਨਹੀਂ ਸੀ ਕੀਤੀ, ਮਨੁੱਖ ਦੀ ਸੋਚ ਹੈ ਜਿਹੜੀ ਉਹ ਵੀ ਸਧਾਰਨ ਸੀ। ਤਾਂ ਰਿਸ਼ਤਿਆਂ ਨੂੰ ਸਧਾਰਨ ਸੋਚ ਹੈ ਜਿਹੜੀ ਉਹੀ ਜ਼ਿਆਦਾ ਸੁਖਾਉਂਦੀ ਹੈ, ਜਿਸ ਦੇ ਵਿੱਚ ਪਿੰਡ ਆਪਣੇ ਆਪ ਦੇ ਵਿੱਚ ਇੱਕ ਇਕਾਈ ਹੁੰਦਾ ਸੀ। ਤਾਂ ਪਿੰਡਾਂ ਦੇ ਵਿੱਚ ਰਿਸ਼ਤੇ ਹੈ ਜਿਹੜੇ ਉਹ ਇੱਕ ਦੂਸਰੇ ਨਾਲ ਬਹੁਤ ਗੂੜੇ ਹੁੰਦੇ ਸੀ। ਜਦ ਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਰਿਸ਼ਤੇਦਾਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਉਸ ਤਰ੍ਹਾਂ ਨਹੀਂ ਵਰਤਿਆ ਜਾਂਦਾ। ਪਰ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਆਪ ਹੀ ਰਿਸ਼ਤੇਦਾਰੀਆਂ ਜਿਹੜੀਆਂ ਉਹ ਬਣ ਜਾਂਦੀਆਂ ਸੀ ਤੇ ਉਹਨਾਂ ਨੂੰ ਪੀੜ੍ਹੀਆਂ ਤੱਕ ਨਿਭਾਇਆ ਵੀ ਜਾਂਦਾ ਸੀ। ਉੱਥੇ ਗਵਾਂਢੀ ਹੈ ਜਿਹੜਾ ਉਹ ਸਿਰਫ ਗਵਾਂਢੀ ਨਹੀਂ ਸੀ ਹੁੰਦਾ, ਸਗੋਂ ਭਰਾ ਹੁੰਦਾ ਸੀ। ਆਸੇ-ਪਾਸੇ ਗੁਆਂਢ ਦੇ ਵਿੱਚ ਭੈਣਾਂ ਸੀ, ਚਾਚੀਆਂ ਤਾਈਆਂ ਹੁੰਦੀਆਂ ਸੀ। ਜੇ ਅਸੀਂ ਨਾਨਕੇ ਜਾਂਦੇ ਤਾਂ ਉੱਥੇ ਸਾਰੇ ਪਿੰਡ ਦੀਆਂ ਔਰਤਾਂ ਸਾਡੀਆਂ ਮਾਮੀਆਂ ਹੁੰਦੀਆਂ ਸੀ, ਮਾਮੇ ਹੁੰਦੇ ਸੀ। ਭਾਵ ਰਿਸ਼ਤੇ ਹੈ ਜਿਹੜੇ ਉਹਨਾਂ ਦਾ ਨਾਂ ਹੁੰਦਾ ਸੀ। ਪਰ ਅੱਜ ਕੱਲ ਜਿਹੜੇ ਸਾਡੇ ਆਪਣੇ ਰਿਸ਼ਤੇ ਨੇ, ਸਾਡੇ ਖੂਨ ਦੇ ਰਿਸ਼ਤੇ ਨੇ, ਉਹਨਾਂ ਦੇ ਨਾਲ ਵੀ ਵਰਤਾਰਾ ਘਟ ਗਿਆ। ਭਾਵੇਂ ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ ਸਮਾਂ ਨਹੀਂ ਮਿਲਦਾ, ਅਸੀਂ ਰਿਸ਼ਤਿਆਂ ਦੇ ਵਿੱਚ ਇਸ ਲਈ ਨਹੀਂ ਵਰਤਦੇ, ਪਰ ਬੱਚਿਓ ਅਸਲ ਦੇ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਹੈ ਜਿਹੜੀ ਉਹ ਖਤਮ ਹੋ ਰਹੀ ਹੈ। ਹਰ ਰੋਜ਼ ਜੇ ਤੁਸੀਂ ਸਵੇਰੇ ਅਖਬਾਰ ਖੋਲੋ ਤਾਂ ਉਹਦੇ ਵਿੱਚ ਅੱਧੀਆਂ ਖਬਰਾਂ ਜਿਹੜੀਆਂ ਉਹ ਇਹਨਾਂ ਰਿਸ਼ਤਿਆਂ ਤੇ ਹੀ ਹੁੰਦੀਆਂ ਨੇ ਕਿ ਕਿਵੇਂ ਰਿਸ਼ਤੇ ਤਾਰੋ-ਤਾਰ ਹੋ ਰਹੇ ਹੈ, ਰਿਸ਼ਤਿਆਂ ਦੀ ਪਵਿੱਤਰਤਾ ਮੁੱਕ ਰਹੀ ਹੈ। ਸਕੇ ਖੂਨ ਦੇ ਰਿਸ਼ਤੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹੀ ਆਪਣੇ ਨਹੀਂ ਰਹੇ। ਸਾਰੇ ਰਿਸ਼ਤੇ ਸਿਰਫ ਔਰਤ ਤੇ ਮਰਦ ਦੇ ਰਿਸ਼ਤੇ ਬਣ ਗਏ। ਭੈਣ ਭਰਾ, ਮਾਮੀਆਂ ਮਾਸੀਆਂ, ਤਾਈਆਂ ਚਾਚੀਆਂ, ਮਾਮੇ, ਸਾਰਾ ਕੁਝ ਸਿਮਟ ਕੇ ਆਂਟੀ ਤੇ ਅੰਕਲ ਰਹਿ ਗਿਆ। ਜਦੋਂ ਇਹ ਦੋ ਸ਼ਬਦ ਹੈ ਜਿਹੜੇ ਉਹਨਾਂ ਨੇ ਸਾਡੇ ਸਮਾਜ ਦੇ ਵਿੱਚ ਜ਼ਿਆਦਾ ਜਗ੍ਹਾ ਲੈ ਲਈ ਬੱਚਿਓ, ਤਾਂ ਰਿਸ਼ਤੇ ਹੈ ਜਿਹੜੇ ਉਹ ਵੀ ਉਸੇ ਤਰ੍ਹਾਂ ਸੁੰਗੜ ਗਏ। ਤਾਂ ਇਸ ਕਵਿਤਾ ਦੇ ਵਿੱਚ ਜਦੋਂ ਅਸੀਂ ਇਸ ਕਵਿਤਾ ਨੂੰ ਪੜ੍ਹਨਾ ਹੈ ਤਾਂ ਕਵੀ ਦੀ ਇਸ ਭਾਵਨਾ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਅਜੋਕੇ ਸੰਦਰਭ ਦੇ ਵਿੱਚ ਇਹ ਕਵਿਤਾ ਵਿਸ਼ੇਸ਼ ਮਹਾਨਤਾ ਰੱਖਦੀ ਹੈ। ਤਾਂ ਇਹ ਅਸੀਂ ਸੰਦੇਸ਼ ਵੀ ਕਵੀ ਦਾ ਜਿਹੜਾ ਹੈ ਉਹ ਕਬੂਲ ਕਰਨਾ ਹੈ, ਸਮਾਜ ਦੇ ਵਿੱਚ ਇਸ ਨੂੰ ਲੈ ਕੇ ਜਾਣਾ ਹੈ, ਇਹਦੇ ਤੋਂ ਪ੍ਰੇਰਨਾ ਲੈਣੀ ਹੈ, ਸਿੱਖਿਆ ਲੈਣੀ ਹੈ ਕਿ ਅਸੀਂ ਆਪਣੇ ਰਿਸ਼ਤੇ ਹੈ ਜਿਹੜੇ ਉਹਨਾਂ ਦਾ ਪਵਿੱਤਰ ਰੂਪ ਫਿਰ ਤੋਂ ਵਾਪਸ ਲੈ ਕੇ ਆਉਣਾ ਹੈ। ਅਸਲ ਦੇ ਵਿੱਚ ਇੱਕ ਪੀੜ੍ਹੀ ਹੈ ਜਿਹੜੀ ਉਸਨੂੰ ਆਪਣੀ ਆਉਣ ਵਾਲੀ ਪੀੜ੍ਹੀ ਤੇ ਬਹੁਤ ਵਿਸ਼ਵਾਸ ਹੁੰਦਾ ਹੈ, ਕਿਉਂਕਿ ਉਹ ਉਹਨਾਂ ਦੀ ਵਾਰਿਸ ਹੁੰਦੀ ਹੈ। ਵਾਰਿਸ ਸਿਰਫ ਜ਼ਮੀਨ ਜਾਇਦਾਦ ਦੇ ਹੀ ਨਹੀਂ ਹੁੰਦੇ ਬੇਟਾ, ਰਿਸ਼ਤਿਆਂ ਦੇ ਵੀ ਵਾਰਿਸ ਹੁੰਦੇ ਹੈ। ਤਾਂ ਤੁਸੀਂ ਆਉਣ ਵਾਲੇ ਸਮਾਜ ਦੀ ਨੀਂਹ ਰੱਖਣੀ ਹੈ, ਤਾਂ ਇਹ ਤੁਸੀਂ ਹੀ ਨਿਰਧਾਰਿਤ ਕਰਨਾ ਹੈ ਕਿ ਆਉਣ ਵਾਲੇ ਸਮਾਜ ਦੇ ਵਿੱਚ ਰਿਸ਼ਤੇ ਕਿਸ ਤਰ੍ਹਾਂ ਦੇ ਹੋਣਗੇ। ਤਾਂ ਕਿਉਂ ਨਾ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਅਸੀਂ ਉਹ ਪਵਿੱਤਰਤਾ, ਉਹ ਨਿਰਛਲਤਾ, ਉਹ ਨਿੱਘ ਰਿਸ਼ਤਿਆਂ ਦਾ ਉਹ ਮੋਹ ਵਾਪਸ ਲੈ ਆਈਏ। ਹਰ ਇੱਕ ਰਿਸ਼ਤੇ ਨੂੰ ਬਣਦਾ ਸਤਿਕਾਰ ਦੇਈਏ। ਤੇ ਜੇ ਅਸੀਂ ਇਸ ਵਿੱਚ ਕਾਮਯਾਬ ਹੋ ਗਏ ਤਾਂ ਸਾਡਾ ਬਹੁਤ ਸੋਹਣਾ ਸਮਾਜ ਸਿਰਜਿਆ ਜਾਣਾ ਹੈ, ਜਿਸ ਦੇ ਵਿੱਚ ਫੇਰ ਕਿਸੇ ਕਵੀ ਨੂੰ ਭੈਣਾ ਲੱਭਣ ਦੀ ਲੋੜ ਨਹੀਂ ਰਹਿਣੀ, ਉਹਨੂੰ ਆਪਣੀ ਪਵਿੱਤਰਤਾ ਦਾ ਸਬੂਤ ਦੇਣ ਦੀ ਲੋੜ ਨਹੀਂ ਰਹਿਣੀ। ਫਿਰ ਤੋਂ ਰਿਸ਼ਤੇ ਹੈ ਜਿਹੜੇ ਉਹ ਪਵਿੱਤਰ ਹੋ ਜਾਣੇ ਆ। ਇੱਕ ਦੂਸਰੇ ਦੇ ਪ੍ਰਤੀ ਮਨ ਦੇ ਵਿੱਚੋਂ ਸਾਰੇ ਸ਼ੱਕ ਹੈ ਜਿਹੜੇ ਉਹ ਮੁੱਕ ਜਾਣੇ ਆ। ਤੇ ਜੇ ਇਹ ਸਾਰੇ ਸ਼ੱਕ ਖਤਮ ਹੋ ਗਏ, ਸਾਨੂੰ ਕਿਸੇ ਵੀ ਪਵਿੱਤਰਤਾ ਦਾ ਸਬੂਤ ਨਾ ਦੇਣਾ ਪਿਆ, ਹਰ ਇੱਕ ਰਿਸ਼ਤਾ ਹੈ ਜਿਹੜਾ ਉਸਦੇ ਨਾਂ ਦੇ ਲਈ ਵੀ ਪ੍ਰਮਾਣ ਨਾ ਦੇਣਾ ਪਿਆ, ਤਾਂ ਇਹ ਸਮਾਜ ਹੈ ਜਿਹੜਾ ਬੇਟਾ, ਇਹ ਧਰਤੀ ਹੈ ਜਿਹੜੀ ਉਹ ਸਵਰਗ ਬਣ ਜਾਣੀ ਹੈ। ਅੱਜ ਦੇ ਸਮੇਂ ਦੇ ਵਿੱਚ ਅਸੀਂ ਬਹੁਤ ਅਗਾਂਹ ਲੰਘੇ ਆਏ ਹਾਂ, ਸਾਡੇ ਕੋਲ ਬਹੁਤ ਸਾਰੀਆਂ ਸੁੱਖ ਸਹੂਲਤਾਂ ਹੈ,
ਬਹੁਤ ਸਾਰੀਆਂ ਚੀਜ਼ਾਂ ਵਸਤਾਂ ਨੇ, ਬਸ ਜੇ ਕਮੀ ਹੈ ਤਾਂ ਸਮਾਜ ਦੇ ਵਿੱਚ ਇਸ ਚੀਜ਼ ਦੀ ਹੀ ਕਮੀ ਹੈ ਕਿ ਮਨੁੱਖ ਹੈ ਜਿਹੜਾ ਉਹਦੇ ਮਨ ਦੇ ਵਿੱਚ ਦੂਸਰੇ ਦੇ ਪ੍ਰਤੀ ਸ਼ੱਕ ਦੀ ਭਾਵਨਾ ਹੈ। ਤਾਂ ਇਹ ਪੈਦਾ ਹੋਣੀ ਵੀ ਕੁਦਰਤੀ ਹੈ ਬੱਚਿਓ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਅਸੀਂ ਅਖਬਾਰ ਚੁੱਕਦੇ ਹਾਂ ਉਸ ਦੇ ਵਿੱਚ ਖਬਰਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਪੜ੍ਹ ਕੇ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਹੈ। ਜਿਸ ਤਰ੍ਹਾਂ ਨਾਲ ਰਿਸ਼ਤਿਆਂ ਦੇ ਵਿੱਚ ਅਮਨੁੱਖੀ ਵਰਤਾਰੇ ਦੀ ਪ੍ਰਧਾਨਤਾ ਹੋ ਰਹੀ ਹੈ, ਸਾਰਾ ਸਮਾਜ ਹੈ ਜਿਹੜਾ ਉਹ ਸ਼ੱਕੀ ਬਣ ਗਿਆ। ਤਾਂ ਆਓ ਅਸੀਂ ਉਸ ਪਵਿੱਤਰਤਾ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੀਏ। ਪਰ ਇਸ ਕਵਿਤਾ ਦੇ ਵਿੱਚ ਅਸੀਂ ਕਵੀ ਦੀ ਭਾਵਨਾ ਨੂੰ ਜਾਣੀਏ ਕਿ ਉਹ ਕੀ ਕਹਿੰਦਾ ਹੈ, ਸਾਡੇ ਤੱਕ ਕੀ ਸੰਦੇਸ਼ ਪਹੁੰਚਾਉਣਾ ਚਾਹੁੰਦਾ ਹੈ। ਤਾਂ ਇਹ ਕਵਿਤਾ ਹੈ ਕਿੱਥੇ ਗਈਆਂ ਭੈਣਾਂ। ਪਹਿਲਾਂ ਮੈਂ ਤੁਹਾਨੂੰ ਕਵਿਤਾ ਪੜ੍ਹ ਕੇ ਸੁਣਾਉਣੀ ਹੈ। ਬਹੁਤ ਛੋਟੀ ਜਿਹੀ ਕਵਿਤਾ ਹੈ ਪਰ ਸੰਦੇਸ਼ ਬਹੁਤ ਵੱਡਾ ਹੈ। ਕਿੱਥੇ ਗਈਆਂ ਭੈਣਾਂ ਤੇ ਕਿੱਥੇ ਗਈਆਂ ਮਾਵਾਂ, ਥਲ ਵਿੱਚ ਸੱਸੀਆਂ ਝੱਲ ਵਿੱਚ ਹੀਰਾਂ, ਸੋਹਣੀਆਂ ਪਈਆਂ ਵਿੱਚ ਦਰਿਆਵਾਂ। ਕਿੱਥੇ ਗਈਆਂ ਗਲੀਆਂ ਉਹ ਭਲੀਆਂ ਭਲੀਆਂ, ਜਿਸ ਘਰ ਚਾਹਾਂ ਆਵਾਂ ਜਾਵਾਂ। ਹਰ ਇੱਕ ਘਰ ਦੀ ਖਾਸ ਨਿਸ਼ਾਨੀ, ਹਰ ਇੱਕ ਜੀ ਦਾ ਆਪਣਾ ਨਾਵਾਂ। ਹੁਣ ਤਾਂ ਇੱਕੋ ਜਿਹੀਆਂ ਕੰਧਾਂ, ਪਤਾ ਨਾ ਕਿਹੜੇ ਨਾਉ ਬੁਲਾਵਾਂ। ਭੈਣ ਕਹਾਂ ਤਾਂ ਦੱਸਣਾ ਪੈਂਦਾ ਆਪਣੀ ਨੀਅਤ ਦਾ ਸਰਨਾਵਾ। ਸਭ ਜਗ ਹੋਇਆ ਮਰਦ ਜ਼ਨਾਨੀ, ਬਾਕੀ ਸਭ ਛਾਵਾਂ ਪਰਛਾਵਾਂ। ਕਿੱਥੇ ਗਈਆਂ ਭੈਣਾਂ, ਕਿੱਥੇ ਗਈਆਂ ਮਾਵਾਂ। ਇਹ ਆਪਣੀ ਕਵਿਤਾ ਹੈ ਬੇਟਾ, ਹਰਭਜਨ ਸਿੰਘ ਦੀ ਲਿਖੀ ਹੋਈ ਕਿੱਥੇ ਗਈਆਂ ਭੈਣਾਂ। ਤਾਂ ਇਸ ਕਵਿਤਾ ਨੂੰ ਅਸੀਂ ਜਦੋਂ ਪ੍ਰੀਖਿਆ ਦੇ ਨੁਕਤੇ ਤੋਂ ਪੜ੍ਹਦੇ ਹਾਂ ਤਾਂ ਆਪਾਂ ਇਸ ਕਵਿਤਾ ਦੇ ਭਾਵ ਅਰਥ ਸਮਝਣੇ ਹੈ। ਇਹ ਤੁਹਾਨੂੰ ਪ੍ਰੀਖਿਆ ਦੇ ਵਿੱਚ ਪ੍ਰਸੰਗ ਸਹਿਤ ਵਿਆਖਿਆ ਦੇ ਲਈ ਕੁਝ ਸਤਰਾਂ ਦਿੱਤੀਆਂ ਜਾਣਗੀਆਂ, ਜਿਸ ਦੇ ਵਿੱਚ ਤੁਸੀਂ ਪਹਿਲਾਂ ਪ੍ਰਸੰਗ ਸਿਰਲੇਖ ਦੇਣਾ। ਉਸ ਸਿਰਲੇਖ ਦੇ ਅਧੀਨ ਤੁਸੀਂ ਆਪਣੀ ਪੁਸਤਕ ਦਾ ਨਾਂ, ਉਸ ਤੋਂ ਬਾਅਦ ਕਵੀ ਦਾ ਨਾਂ, ਫਿਰ ਕਵਿਤਾ ਦਾ ਨਾਂ ਦੱਸਣਾ ਹੁੰਦਾ ਹੈ ਤੇ ਉਹਨਾਂ ਸਤਰਾਂ ਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ ਤੁਸੀਂ ਨਾਲ ਹੀ ਉਹ ਵੀ ਇੱਕ ਸਤਰ ਦੇ ਵਿੱਚ ਦੱਸਣਾ ਹੋਵੇਗਾ। ਇਹ ਬਹੁਤ ਹੀ ਆਸਾਨ ਹੈ ਕਿਉਂਕਿ ਹੁਣ ਤੱਕ ਅਸੀਂ ਬਹੁਤ ਸਾਰੀਆਂ ਕਵਿਤਾਵਾਂ ਪੜ੍ਹ ਚੁੱਕੇ ਹਾਂ, ਤੁਸੀਂ ਇਹਦੇ ਬਾਰੇ ਜਾਣ ਗਏ ਹੋ। ਦੂਸਰਾ ਹੇਠਾਂ ਅਸੀਂ ਵਿਆਖਿਆ ਦਾ ਸਿਰਲੇਖ ਦੇਵਾਂਗੇ। ਤਾਂ ਵਿਆਖਿਆ ਦੇ ਵਿੱਚ ਅਸੀਂ ਕੀ ਲਿਖਾਂਗੇ, ਵਿਆਖਿਆ ਜਿਹੜੀ ਉਹੀ ਭਾਵ ਅਰਥ ਹੀ ਹੁੰਦੀ ਹੈ ਜਿਹੜੇ ਮੈਂ ਹੁਣ ਸਾਰੀ ਕਵਿਤਾ ਦੇ ਤੁਹਾਨੂੰ ਕਰਕੇ ਦੱਸਦੀ ਹਾਂ। ਤਾਂ ਤੁਸੀਂ ਪ੍ਰਸੰਗ ਆਪਣੇ ਆਪ ਬਣਾ ਸਕਦੇ ਹੋ, ਬਣਾ ਕੇ ਇਹ ਵਿਆਖਿਆ ਹੈ ਜਿਹੜੀ ਉਹ ਪ੍ਰੀਖਿਆ ਦੇ ਵਿੱਚ ਲਿਖ ਸਕਦੇ ਹੋ। ਕਿੱਥੇ ਗਈਆਂ ਭੈਣਾਂ ਤੇ ਕਿੱਥੇ ਗਈਆਂ ਮਾਵਾਂ। ਤਾਂ ਇਹਨਾਂ ਸਤਰਾਂ ਦੇ ਵਿੱਚ ਕਵੀ ਭੈਣਾਂ ਤੇ ਮਾਵਾਂ ਨੂੰ ਲੱਭਣ ਦਾ ਯਤਨ ਕਰਦਾ ਹੈ। ਉਹ ਸਵਾਲ ਕਰਦਾ ਹੈ ਕਿ ਉਹ ਭੈਣਾਂ ਤੇ ਉਹ ਮਾਵਾਂ ਕਿੱਥੇ ਗਈਆਂ। ਭਾਵ ਉਸਨੂੰ ਅੱਜ ਦੇ ਸਮਾਜ ਦੇ ਵਿੱਚ ਭੈਣਾਂ ਤੇ ਮਾਵਾਂ ਜਿਹੜੀਆਂ ਉਹ ਨਹੀਂ ਲੱਭ ਰਹੀਆਂ। ਇਹ ਰਿਸ਼ਤੇ ਉਹਨੂੰ ਇਉਂ ਲੱਗਦਾ ਹੈ ਕਿ ਜਿਵੇਂ ਪਹਿਲਾਂ ਵਾਲੇ ਸਮਾਜ ਦੇ ਵਿੱਚ ਸੀ, ਜਿੱਥੇ ਉਹ ਜਾਂਦਾ ਸੀ ਉੱਥੇ ਬਿਨਾਂ ਕਿਸੇ ਝਿਜਕ ਦੇ ਕਿਸੇ ਵੀ ਔਰਤ ਨੂੰ ਜਾਂ ਕੁੜੀ ਨੂੰ ਉਹ ਮਾਂ ਜਾਂ ਭੈਣ ਕਹਿ ਕੇ ਬੁਲਾ ਲੈਂਦਾ ਸੀ। ਪਰ ਹੁਣ ਉਹ ਕਹਿੰਦਾ ਹੈ ਕਿ ਸਮਾਜ ਦੇ ਵਿੱਚ ਇਹ ਰਿਸ਼ਤੇ ਨਹੀਂ ਲੱਭਦੇ, ਕਿਸੇ ਨੂੰ ਵੀ ਮਾਂ ਤੇ ਭੈਣ ਕਹਿ ਕੇ ਨਹੀਂ ਬੁਲਾਇਆ ਜਾ ਸਕਦਾ। ਤਾਂ ਉਹ ਮਾਵਾਂ ਤੇ ਉਹ ਭੈਣਾਂ ਜੋ ਪਹਿਲਾਂ ਵਾਲੇ ਸਮਾਜ ਦੇ ਵਿੱਚ ਸੀਗੀਆਂ ਉਹ ਕਿੱਧਰ ਚਲੀਆਂ ਗਈਆਂ। ਥਲ ਵਿੱਚ ਸੱਸੀਆਂ ਝੱਲ ਵਿੱਚ ਹੀਰਾਂ, ਸੋਹਣੀਆਂ ਪਈਆਂ ਵਿੱਚ ਦਰਿਆਵਾਂ। ਤਾਂ ਇਹਨਾਂ ਸਤਰਾਂ ਦੇ ਵਿੱਚ ਉਹ ਉਹਨਾਂ ਔਰਤਾਂ ਨੂੰ ਯਾਦ ਕਰਦਾ ਹੈ ਜਿਹੜੀਆਂ ਨੂੰ ਪ੍ਰੀਤ ਕਥਾਵਾਂ ਦੇ ਰਾਹੀਂ ਅਸੀਂ ਅੱਜ ਯਾਦ ਕਰਦੇ ਹਾਂ, ਜਿਹੜੀਆਂ ਅਮਰ ਹੋ ਗਈਆਂ ਸਿਰਫ ਪ੍ਰੀਤ ਦੇ ਕਾਰਨ,
ਪ੍ਰੇਮ ਦੇ ਕਾਰਨ, ਤਾਂ ਉਹ ਕਹਿੰਦਾ ਹੈ ਕਿ ਜੋ ਸੱਸੀ ਹੈ ਉਹ ਥਲ ਦੇ ਵਿੱਚ ਸ਼ਹੀਦ ਹੋ ਗਈ। ਹੀਰ ਹੈ ਜਿਹੜੀ ਉਹ ਜੰਗਲਾਂ ਦੇ ਵਿੱਚ ਭਟਕਦੀ ਰਹੀ। ਸੋਹਣੀ ਹੈ ਜਿਹੜੀ ਉਹ ਦਰਿਆ ਦੇ ਵਿੱਚ ਡੁੱਬ ਕੇ ਮਰ ਗਈ। ਕੀ ਸਾਰੀਆਂ ਸੱਸੀਆਂ ਹੀਰਾਂ ਸੋਹਣੀਆਂ ਖਤਮ ਹੋ ਗਈਆਂ? ਅੱਜ ਦੇ ਸਮਾਜ ਦੇ ਵਿੱਚ ਔਰਤ ਦੀ ਇਹ ਪਵਿੱਤਰ ਤਸਵੀਰ ਕਿਧਰੋਂ ਵੀ ਨਹੀਂ ਲੱਭਦੀ। ਤਾਂ ਇਹ ਸਾਰੀਆਂ ਕਿੱਥੇ ਚਲੀਆਂ ਗਈਆਂ? ਕਿੱਥੇ ਗਈਆਂ ਗਲੀਆਂ ਉਹ ਭਲੀਆਂ ਭਲੀਆਂ, ਜਿਸ ਘਰ ਚਾਹਾਂ ਆਵਾਂ ਜਾਵਾਂ। ਤਾਂ ਇਹਨਾਂ ਸਤਰਾਂ ਦੇ ਵਿੱਚ ਕਵੀ ਉਹ ਪੁਰਾਣੇ ਸਮਾਜ ਦੇ ਘਰ ਹੈ ਜਿਹੜੇ ਉਹਨਾਂ ਦੀ ਖੋਜ ਕਰਦਾ ਹੈ। ਉਹ ਕਹਿੰਦਾ ਜਿਸ ਘਰ ਦੇ ਵਿੱਚ ਮੈਂ ਚਾਹੁੰਦਾ ਸੀ ਉਸ ਘਰ ਦੇ ਵਿੱਚ ਆਪਣੇ ਆਂਢ ਗੁਆਂਢ ਚਲਾ ਜਾਂਦਾ ਸੀ, ਜਦੋਂ ਜੀ ਕਰਦਾ ਉਦੋਂ ਚਲਾ ਜਾਂਦਾ ਸੀ। ਉਹ ਗਲੀਆਂ ਜਿਹੜੀਆਂ ਉਹ ਬਹੁਤ ਹੀ ਭਲੀਆਂ ਸੀ, ਭਾਵ ਉਹ ਸਮਾਂ ਜਿਹੜਾ ਉਹ ਬਹੁਤ ਭਲਾ ਸੀ, ਜਿਸ ਦੇ ਵਿੱਚ ਕੋਈ ਰੋਕ ਟੋਕ ਨਹੀਂ ਸੀ। ਹਰ ਘਰ ਦੇ ਵਿੱਚ ਬਿਨਾਂ ਕਿਸੇ ਝਿਜਕ ਤੋਂ ਜਾਇਆ ਜਾ ਸਕਦਾ ਸੀ, ਕਿਉਂਕਿ ਕਿਸੇ ਦੇ ਮਨ ਦੇ ਵਿੱਚ ਕੋਈ ਖੋਟ ਨਹੀਂ ਸੀ। ਹਰ ਇੱਕ ਦੇ ਨਾਲ ਨਿਸੰਗ ਹੋ ਕੇ ਵਰਤਿਆ ਜਾਂਦਾ ਸੀ। ਹਰ ਘਰ ਦੇ ਵਿੱਚ ਭੈਣ ਤੇ ਮਾਂ ਦਿਖਾਈ ਦਿੰਦੀ ਸੀ। ਉਹਨਾਂ ਨੂੰ ਆਪਣੇ ਮਨ ਦੇ ਲਈ ਕੋਈ ਪਵਿੱਤਰਤਾ ਦਾ ਸਬੂਤ ਨਹੀਂ ਸੀ ਦੇਣਾ ਪੈਂਦਾ। ਉਹਨਾਂ ਨੂੰ ਨਿਝਿਜਕ ਹੋ ਕੇ ਮਾਂ ਤੇ ਭੈਣ ਕਹਿ ਕੇ ਬੁਲਾਇਆ ਜਾਂਦਾ ਸੀ। ਤਾਂ ਅੱਜ ਉਹ ਭਲੀਆਂ ਭਲੀਆਂ ਗਲੀਆਂ ਕਿੱਧਰ ਗਈਆਂ, ਜਿਨ੍ਹਾਂ ਦੇ ਵਿੱਚ ਉਹ ਘਰ ਹੁੰਦੇ ਸੀ, ਜਿੱਥੇ ਮੈਂ ਰੋਕ ਟੋਕ ਤੋਂ ਬਿਨਾਂ ਆ ਜਾ ਸਕਦਾ ਸੀ, ਤੇ ਉਹਨਾਂ ਘਰਾਂ ਦੇ ਵਿੱਚ ਮੇਰੇ ਗੂੜੇ ਰਿਸ਼ਤੇ ਸੀ। ਹਰ ਇੱਕ ਘਰ ਦੀ ਖਾਸ ਨਿਸ਼ਾਨੀ, ਹਰ ਇੱਕ ਜੀ ਦਾ ਆਪਣਾ ਨਾਵਾਂ। ਤਾਂ ਇਹਨਾਂ ਸਤਰਾਂ ਦੇ ਵਿੱਚ ਕਵੀ ਗੱਲ ਕਰਦਾ ਹੈ ਕਿ ਉਸ ਸਮੇਂ ਦੇ ਵਿੱਚ ਹਰ ਇੱਕ ਘਰ ਦੀ ਇੱਕ ਖਾਸ ਨਿਸ਼ਾਨੀ ਹੁੰਦੀ ਸੀ। ਇੱਕ ਖਾਸ ਨਿਸ਼ਾਨ ਵਜੋਂ ਘਰ ਪਹਿਚਾਣਿਆ ਜਾਂਦਾ ਸੀ ਕਿ ਇਹ ਘਰ ਹੈ ਜਿਹੜਾ ਇਹ ਉਹਨਾਂ ਦਾ ਘਰ ਹੈ। ਇਸ ਤੋਂ ਇਲਾਵਾ ਘਰ ਦੇ ਵਿੱਚ ਰਹਿਣ ਵਾਲਾ ਹਰ ਇੱਕ ਵਿਅਕਤੀ ਹੈ ਜਿਹੜਾ ਉਸ ਦਾ ਆਪਣਾ ਇੱਕ ਨਾਂ ਹੁੰਦਾ ਸੀ। ਹਰ ਇੱਕ ਘਰ ਦੇ ਵਿੱਚ ਇੱਕ ਰਿਸ਼ਤਾ ਹੁੰਦਾ ਸੀ। ਤਾਂ ਇਹ ਵਿਸ਼ੇਸ਼ਤਾ ਸੀ ਸਾਡੇ ਪੁਰਾਣੇ ਸਮਾਜ ਦੀ, ਜਿਸ ਦੇ ਵਿੱਚ ਅਸੀਂ ਘਰਾਂ ਦੇ ਵੀ ਨਾਂ ਰੱਖੇ ਹੁੰਦੇ ਸੀ ਕਿ ਕਿਹੜੇ ਘਰ ਜਾਣਾ, ਉਸ ਘਰ ਜਾਣਾ। ਉਹ ਘਰ ਕਿਹਦਾ ਹੈ? ਉਸ ਵਿਅਕਤੀ ਦਾ, ਜਿਸ ਨੂੰ ਸਾਰੇ ਪਿੰਡ ਜਾਂ ਸਾਰਾ ਸ਼ਹਿਰ ਜਾਣਦਾ ਹੁੰਦਾ ਸੀ। ਅੱਜ ਬੱਚਿਓ ਅਸੀਂ ਆਪਣੇ ਗੁਆਂਢੀ ਨੂੰ ਵੀ ਨਹੀਂ ਜਾਣਦੇ, ਤਾਂ ਰਿਸ਼ਤੇ ਕਿੱਥੋਂ ਬਣਨੇ ਆ? ਸਾਨੂੰ ਆਪਣੇ ਗੁਆਂਢੀ ਨਾਲ ਵੀ ਕੋਈ ਜਾਣ ਪਛਾਣ ਨਹੀਂ। ਤਾਂ ਫੇਰ ਕਵੀ ਕਹਿੰਦਾ ਹੈ ਕਿ ਉਦੋਂ ਹਰ ਘਰ ਦੀ ਇੱਕ ਖਾਸ ਨਿਸ਼ਾਨੀ ਸੀ। ਹਰ ਘਰ ਦੇ ਵਿੱਚ ਇੱਕ ਜੀ ਸੀ ਜਿਹਦਾ ਆਪਣਾ ਇੱਕ ਵਿਸ਼ੇਸ਼ ਨਾਂ ਸੀ। ਹੁਣ ਉਹ ਕਿੱਥੇ ਗਏ ਸਾਰੇ? ਹੁਣ ਤਾਂ ਇੱਕੋ ਜਿਹੀਆਂ ਕੰਧਾਂ, ਪਤਾ ਨਾ ਕਿਹੜੇ ਨਾਂਉ ਬੁਲਾਵਾਂ। ਤਾਂ ਹੁਣ ਕਵੀ ਨੂੰ ਇਉਂ ਲੱਗਦਾ ਹੈ ਕਿ ਜਿੰਨੇ ਵੀ ਘਰ ਨੇ ਆਸੇ ਪਾਸੇ, ਸਾਰੇ ਘਰ ਹੀ ਇੱਕੋ ਜਿਹੇ ਨੇ। ਕਿਸੇ ਘਰ ਦਾ ਦੂਸਰੇ ਘਰ ਨਾਲੋਂ ਕੋਈ ਫਰਕ ਨਹੀਂ ਲੱਗਦਾ। ਤੁਹਾਨੂੰ ਪਤਾ ਹੈ ਨਾ ਕਿ ਵੱਡੇ ਸ਼ਹਿਰਾਂ ਦੇ ਵਿੱਚ ਇੱਕੋ ਜਿਹੇ ਘਰ ਹੈ ਜਿਹੜੇ ਉਹ ਪਾਏ ਜਾਂਦੇ ਹੈ। ਇਕੱਠੇ ਉਹਨਾਂ ਦੀ ਬਣਤਰ ਇੱਕੋ ਜਿਹੀ ਹੁੰਦੀ ਹੈ। ਤਾਂ ਕੁਛ ਦੂਰੀ ਤੇ ਬਾਅਦ ਦੇ ਵਿੱਚ ਫਿਰ ਕੁਛ ਇੱਕੋ ਜਿਹੇ ਘਰ ਹੁੰਦੇ ਨੇ। ਇਹ ਇੱਕ ਨਵਾਂ ਸਾਡਾ ਸੱਭਿਆਚਾਰ ਜਿਹੜਾ ਹੈ ਉਹ ਪੈਦਾ ਹੋ ਰਿਹਾ ਹੈ। ਤਾਂ ਕਵੀ ਨੂੰ ਇਉਂ ਲੱਗਦਾ ਹੈ ਕਿ ਹੁਣ ਤਾਂ ਇੱਕੋ ਜਿਹੀਆਂ ਕੰਧਾਂ ਨੇ ਘਰਾਂ ਦੀਆਂ, ਪਤਾ ਹੀ ਨਹੀਂ ਲੱਗਦਾ ਕਿਹਨੂੰ ਮੈਂ ਕਿਹੜੇ ਨਾਂ ਦੇ ਨਾਲ ਬੁਲਾਵਾਂ। ਤਾਂ ਇਹ ਜਿਹੜੇ ਅਸੀਂ ਇੱਕੋ ਜਿਹੇ ਘਰ ਪੈਦਾ ਕਰਤੇ, ਉਹਨਾਂ ਦੇ ਵਿੱਚ ਰਿਸ਼ਤੇ ਆ ਜਿਹੜੇ ਉਹ ਦੋ ਨਾਵਾਂ ਦੇ ਵਿੱਚ ਹੀ ਸਮਾ ਗਏ। ਹੁਣ ਮੈਨੂੰ ਇਉਂ ਨਹੀਂ ਪਤਾ ਲੱਗਦਾ ਕਿ ਮੈਂ ਘਰ ਦੇ ਉਹਨਾਂ ਦੇ ਅੰਦਰ ਜਾ ਕੇ ਕਿਹੜੇ ਰਿਸ਼ਤੇ ਦੇ ਨਾਂ ਦੇ ਨਾਲ ਘਰ ਦੇ ਜੀਆਂ ਨੂੰ ਬੁਲਾਵਾਂ। ਭੈਣ ਕਹਾਂ ਤਾਂ ਦੱਸਣਾ ਪੈਂਦਾ ਆਪਣੀ ਨੀਅਤ ਦਾ ਸਰਨਾਮਾ। ਬਹੁਤ ਹੀ ਪਵਿੱਤਰ ਸ਼ਬਦ ਹੈ ਬੇਟਾ ਆਪਣੇ ਸੱਭਿਆਚਾਰ ਦਾ ਭੈਣ। ਭੈਣ ਦਾ ਮਤਲਬ ਅਸੀਂ ਇਹ ਮੰਨਦੇ ਹਾਂ ਕਿ ਉਹ ਇੱਜ਼ਤ ਹੈ, ਸਾਡੇ ਘਰ ਦੀ ਮਾਣ ਮਰਿਆਦਾ ਹੈ।
ਪਰ ਹੁਣ ਇਸ ਸ਼ਬਦ ਦੀ ਉਸ ਤਰ੍ਹਾਂ ਦੀ ਅਹਿਮੀਅਤ ਹੀ ਨਹੀਂ ਰਹੀ। ਹੁਣ ਜੇਕਰ ਕਿਸੇ ਘਰ ਦੇ ਵਿੱਚ ਜਾ ਕੇ ਕਿਸੇ ਨੂੰ ਭੈਣ ਵੀ ਕਿਹਾ ਜਾਂਦਾ ਹੈ ਤਾਂ ਪਹਿਲਾਂ ਸਬੂਤ ਦੇਣਾ ਪੈਂਦਾ ਹੈ ਕਿ ਮੈਂ ਇਹ ਰਿਸ਼ਤੇ ਦਾ ਨਾਂ ਆਪਣੇ ਮਨੋਂ ਲੈ ਰਿਹਾ ਹਾਂ। ਮੇਰਾ ਮਨ ਹੈ ਜਿਹੜਾ ਉਹ ਵੀ ਮੇਰੀ ਜ਼ੁਬਾਨ ਦੀ ਤਰ੍ਹਾਂ ਪਵਿੱਤਰ ਹੈ। ਤਾਂ ਇਹ ਰਿਸ਼ਤਾ ਹੈ ਜਿਹੜਾ ਹੁਣ ਉਸ ਤਰ੍ਹਾਂ ਦੀ ਗਰਿਮਾ ਹੈ ਜਿਹੜੀ, ਉਸ ਤਰ੍ਹਾਂ ਦਾ ਆਪਣੀ ਵਿਸ਼ੇਸ਼ਤਾ ਹੈ ਜਿਹੜੀ ਉਹ ਨਹੀਂ ਰੱਖਦਾ, ਸਗੋਂ ਇਹਦੇ ਅਰਥ ਹੈ ਜਿਹੜੇ ਉਹ ਵੀ ਗੁਆਚਦੇ ਜਾਂਦੇ ਹੈ। ਸਾਰਾ ਜਗ ਹੋਇਆ ਮਰਦ ਜਨਾਨੀ, ਬਾਕੀ ਸਭ ਛਾਵਾਂ ਪਰਛਾਵਾਂ। ਤਾਂ ਕਵੀ ਨੂੰ ਇਉਂ ਲੱਗਦਾ ਹੈ ਕਿ ਸਾਰੀ ਦੁਨੀਆ ਦੇ ਵਿੱਚ ਰਿਸ਼ਤੇ ਹੈ ਜਿਹੜੇ ਉਹ ਮਰਦ ਤੇ ਜਨਾਨੀ ਦੇ ਰਿਸ਼ਤੇ ਹੀ ਰਹਿ ਗਏ। ਭਾਵ ਔਰਤ ਮਰਦ ਤੋਂ ਇਲਾਵਾ ਇਉਂ ਲੱਗਦਾ ਹੈ ਕਿ ਸਾਰੇ ਰਿਸ਼ਤੇ ਹੀ ਖਤਮ ਹੋ ਗਏ। ਕਿਉਂਕਿ ਜੇਕਰ ਕਿਸੇ ਲੜਕੀ ਨੂੰ, ਕਿਸੇ ਕੁੜੀ ਨੂੰ ਬੁਲਾਇਆ ਜਾਂਦਾ ਹੈ ਤਾਂ ਇਉਂ ਲੱਗਦਾ ਹੈ ਕਿ ਉਹੀ ਰਿਸ਼ਤਾ ਹੈ। ਜੇ ਉਹ ਕਿਸੇ ਆਦਮੀ ਨੂੰ ਬੁਲਾਉਂਦੀ ਹੈ ਤਾਂ ਇਉਂ ਲੱਗਦਾ ਹੈ ਕਿ ਉਹੀ ਰਿਸ਼ਤਾ ਹੈ, ਕਿਉਂਕਿ ਸਾਰੇ ਪਾਸੇ ਸ਼ੱਕ ਹੈ। ਸ਼ੱਕ ਕਿਉਂ ਪੈਦਾ ਹੋਇਆ? ਕਿਉਂਕਿ ਬੇਟਾ ਰਿਸ਼ਤੇ ਹੈ ਜਿਹੜੇ ਉਹ ਆਪਦਾ ਨਿੱਘ ਗਵਾ ਬੈਠੇ, ਆਪਦੇ ਅਰਥ ਗਵਾ ਬੈਠੇ। ਤਾਂ ਇਸ ਕਰਕੇ ਕਵੀ ਕਹਿੰਦਾ ਹੈ ਕਿ ਸਾਰਾ ਕੁਝ ਛਾਂ ਪਰਛਾਂ ਹੀ ਹੈ, ਕਿਤੇ ਕੋਈ ਸਾਨੂੰ ਚਾਨਣਾ ਨਹੀਂ ਦਿਖਾਈ ਦਿੰਦਾ, ਸਗੋਂ ਹਨੇਰਾ ਹੀ ਹਨੇਰਾ ਆਸੇ ਪਾਸੇ ਰਿਸ਼ਤਿਆਂ ਦਾ ਹੈ। ਕਿੱਥੇ ਗਈਆਂ ਭੈਣਾਂ, ਕਿੱਥੇ ਗਈਆਂ ਮਾਵਾਂ। ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਵੀ ਨੂੰ ਇਉਂ ਨਹੀਂ ਪਤਾ ਲੱਗਦਾ ਕਿ ਉਹ ਭੈਣਾਂ, ਉਹ ਮਾਵਾਂ, ਇਹਨਾਂ ਨਾਵਾਂ ਦੇ ਵਿੱਚ, ਇਹਨਾਂ ਰਿਸ਼ਤਿਆਂ ਦੇ ਵਿੱਚ ਹੀ ਜਿਹੜਾ ਇੰਨਾ ਜ਼ਿਆਦਾ ਨਿੱਘ ਸੀ, ਇੰਨਾ ਸਤਿਕਾਰ ਸੀ, ਉਹ ਕਿੱਥੇ ਚਲਾ ਗਿਆ, ਕਿੱਥੇ ਗਵਾਚ ਗਿਆ। ਇਹਨਾਂ ਰਿਸ਼ਤਿਆਂ ਦੀ ਪਵਿੱਤਰਤਾ ਹੈ ਜਿਹੜੀ ਉਹ ਕਿੱਥੇ ਚਲੀ ਗਈ। ਤਾਂ ਇਹ ਸਾਡੀ ਕਵਿਤਾ ਸੀ ਬੇਟਾ, ਕਿੱਥੇ ਗਈਆਂ ਭੈਣਾਂ। ਹੁਣ ਦੇਖੋ ਇਹਨਾਂ ਕਵਿਤਾ ਦੇ ਵਿੱਚ ਕਵੀ ਨੇ ਕਿੰਨੇ ਸੋਹਣੇ ਸ਼ਬਦਾਂ ਦੇ ਨਾਲ ਕੁਝ ਕੁ ਸਤਰਾਂ ਦੀ ਕਵਿਤਾ ਦੇ ਵਿੱਚ ਆਪਣੀਆਂ ਭਾਵਨਾਵਾਂ ਦਾ ਬਿਆਨ ਕੀਤਾ ਹੈ ਤੇ ਉਹ ਬਿਲਕੁਲ ਹੀ ਸਾਡੇ ਅਜੋਕੇ ਸਮਾਜ ਦੇ ਉੱਤੇ ਢੁਕਵੀਂ ਹੈ। ਤਾਂ ਜਦੋਂ ਇਹ ਬੇਟਾ ਕਵਿਤਾ ਪੜ੍ਹਨੀ ਹੈ ਤਾਂ ਹੇਠਾਂ ਕੁਝ ਸ਼ਬਦਾਂ ਦੇ ਅਰਥ ਹੈ, ਔਖੇ ਸ਼ਬਦਾਂ ਦੇ ਅਰਥ ਜੇ ਅਸੀਂ ਉਹ ਪੜ੍ਹ ਲਈਏ ਤਾਂ ਸਾਨੂੰ ਕਵਿਤਾ ਹੈ ਜਿਹੜੀ ਉਹ ਸੌਖੀ ਤਰ੍ਹਾਂ ਦੇ ਨਾਲ ਉਹਦੇ ਭਾਵ ਅਰਥ ਜਾਂ ਵਿਆਖਿਆ ਹੋ ਜਾਂਦੀ ਹੈ ਜਾਂ ਸਮਝ ਆ ਜਾਂਦੀ ਹੈ। ਉਹ ਹੈਗੇ ਨੇ ਸ਼ਬਦ ਅਰਥ ਕੁਛ। ਝੱਲ, ਝੱਲ ਦਾ ਭਾਵ ਹੈ ਜੰਗਲ। ਨੀਅਤ, ਨੀਅਤ ਦਾ ਭਾਵ ਹੈ ਇੱਛਾ। ਅੱਗੇ ਪਾਠ ਦਾ ਅਭਿਆਸ ਹੈ। ਪਹਿਲਾ ਪ੍ਰਸ਼ਨ ਹੈ, ਹੇਠ ਲਿਖੇ ਕਾਵਿ-ਬੰਧ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਕਾਵਿ-ਬੰਧ ਭਾਵ ਕਾਵਿ ਦੀਆਂ, ਕਵਿਤਾ ਦੀਆਂ ਕੁਝ ਸਤਰਾਂ ਦਿੱਤੀਆਂ। ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਹੈ ਕਿ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ। ਆਪਾਂ ਤਾਂ ਸਾਰੀ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰ ਲਈ ਹੈ। ਹੁਣ ਕੋਈ ਵੀ ਸਤਰਾਂ ਤੁਹਾਨੂੰ ਪੁੱਛੀਆਂ ਜਾਣ, ਤੁਸੀਂ ਬੜੀ ਆਸਾਨੀ ਦੇ ਨਾਲ ਦੱਸ ਸਕਦੇ ਹੋ। ਦੂਸਰਾ ਪ੍ਰਸ਼ਨ ਹੈ, ਕਿੱਥੇ ਗਈਆਂ ਭੈਣਾਂ ਕਵਿਤਾ ਦਾ ਕੇਂਦਰੀ ਭਾਵ ਲਿਖੋ। ਕੇਂਦਰੀ ਭਾਵ ਹੁੰਦਾ ਹੈ ਕਿ ਸਾਰੀ ਦੀ ਸਾਰੀ ਕਵਿਤਾ ਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ। ਅਸੀਂ 2-3 ਸਤਰਾਂ ਦੇ ਵਿੱਚ ਦੱਸਣਾ ਹੁੰਦਾ ਹੈ ਕਿ ਇਹ ਕਵਿਤਾ ਦੇ ਵਿੱਚ ਉਹਨੇ ਕਿਹੜੀ ਗੱਲ ਹੈ ਜਿਹੜੀ ਉਸ ਨੂੰ ਵਿਸ਼ਾ ਬਣਾਇਆ ਹੈ ਜਾਂ ਉਹਦੇ ਤੇ ਉਹ ਕੇਂਦਰਿਤ ਹੋਇਆ। ਤਾਂ ਇਸ ਕਵਿਤਾ ਦੇ ਵਿੱਚ ਆਪਾਂ ਦੱਸ ਸਕਦੇ ਹਾਂ ਬੇਟਾ ਕਿ ਕਵੀ ਹੈ ਜਿਹੜਾ ਉਹ ਅਜੋਕੇ ਸਮਾਜ ਦੇ ਵਿੱਚੋਂ ਰਿਸ਼ਤਿਆਂ ਦੀ ਪਵਿੱਤਰਤਾ ਤੇ ਰਿਸ਼ਤਿਆਂ ਦਾ ਨਿੱਘ ਲੱਭ ਰਿਹਾ ਹੈ। ਉਹਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਅੱਜ ਦੇ ਸਮਾਜ ਦੇ ਵਿੱਚ ਭੈਣਾਂ ਤੇ ਮਾਵਾਂ ਵਰਗੇ ਰਿਸ਼ਤੇ ਹੈ ਜਿਹੜੇ ਉਹ ਵੀ ਆਪਣਾ ਨਿੱਘ ਗਵਾ ਬੈਠੇ ਹੈ, ਕਿਉਂਕਿ ਹਰ ਇੱਕ ਵਿਅਕਤੀ ਨੂੰ ਆਪਣੇ ਪਵਿੱਤਰ ਹੋਣ ਦਾ ਸਬੂਤ ਦੇਣਾ ਪੈਂਦਾ ਹੈ। ਤੀਸਰਾ ਪ੍ਰਸ਼ਨ ਵਸਤੂਨਿਸ਼ਠ ਪ੍ਰਸ਼ਨ ਭਾਵ ਛੋਟੇ ਪ੍ਰਸ਼ਨ ਨੇ, ਜਿਸ ਦੇ ਵਿੱਚ ਊੜਾ ਹੈ। ਇਸ ਕਵਿਤਾ ਵਿੱਚ ਪ੍ਰੀਤ ਕਥਾਵਾਂ ਦੀਆਂ ਕਿਹੜੀਆਂ ਨਾਇਕਾਵਾਂ ਦਾ ਨਾਮ ਆਇਆ ਹੈ। ਪ੍ਰੀਤ ਕਥਾਵਾਂ ਯਾਨੀ ਕਿ ਪ੍ਰੇਮ ਕਹਾਣੀਆਂ ਦੀਆਂ ਕਿਹੜੀਆਂ ਨਾਇਕਾਵਾਂ ਦਾ ਨਾਮ ਕਵੀ ਨੇ ਆਪਣੀ ਕਵਿਤਾ 'ਚ ਦਿੱਤਾ ਹੈ। ਉਹਨੇ ਸੱਸੀ ਦਾ, ਹੀਰ ਦਾ ਤੇ ਸੋਹਣੀ ਦਾ ਨਾਮ ਦਿੱਤਾ ਹੈ।
ਆੜਾ ਪ੍ਰਸ਼ਨ ਹੈ, ਇਸ ਕਵਿਤਾ ਅਨੁਸਾਰ ਹੁਣ ਰਿਸ਼ਤਿਆਂ ਨੂੰ ਕਿਵੇਂ ਦੇਖਿਆ ਜਾਂਦਾ ਹੈ? ਤਾਂ ਇਸ ਕਵਿਤਾ ਦੇ ਅਨੁਸਾਰ ਕਵੀ ਹੈ ਜਿਹੜਾ ਉਹ ਇਹ ਕਹਿੰਦਾ ਹੈ ਕਿ ਹੁਣ ਰਿਸ਼ਤਿਆਂ ਨੂੰ ਇੱਕ ਮਰਦ ਤੇ ਔਰਤ ਦੇ ਸੰਬੰਧਾਂ ਦੇ ਰੂਪ ਦੇ ਵਿੱਚ ਹੀ ਪ੍ਰਗਟ ਕੀਤਾ ਜਾਂਦਾ ਹੈ। ਬਾਕੀ ਸਾਰੇ ਰਿਸ਼ਤੇ ਹੈ ਜਿਹੜੇ ਉਹਨਾਂ ਦਾ ਨਿੱਘ ਖਤਮ ਹੋ ਚੁੱਕਿਆ ਹੈ। ਈੜੀ ਪ੍ਰਸ਼ਨ ਹੈ, ਕੀ ਹੁਣ ਸੱਚਮੁੱਚ ਮਾਵਾਂ ਭੈਣਾਂ ਦੇ ਸੁੱਚੇ ਰਿਸ਼ਤੇ ਗੁਆਚ ਗਏ ਹਨ? ਤਾਂ ਇਹ ਬੱਚਿਓ, ਤੁਸੀਂ ਆਪਣੀ ਸੋਚ ਦੇ ਆਧਾਰ ਤੇ, ਆਪਣੀ ਅਨੁਭਵ ਦੇ ਆਧਾਰ ਤੇ, ਆਲੇ ਦੁਆਲੇ ਚੋਂ ਲਈ ਸੋਝੀ ਦੇ ਆਧਾਰ ਤੇ ਦੱਸਣਾ ਹੈ ਕਿ ਤੁਹਾਨੂੰ ਕੀ ਲੱਗਦਾ ਹੈ। ਕਵੀ ਹੈ ਜਿਹੜਾ ਉਹ ਸਾਨੂੰ ਕਹਿੰਦਾ ਹੈ ਕਿ ਹੁਣ ਇਹ ਮਾਵਾਂ ਤੇ ਭੈਣਾਂ ਦੇ ਸੁੱਚੇ ਰਿਸ਼ਤੇ ਗੁਆਚ ਗਏ। ਕੀ ਸੱਚਮੁੱਚ ਗੁਆਚ ਗਏ? ਤੁਹਾਨੂੰ ਕੀ ਲੱਗਦਾ? ਤੁਸੀਂ ਆਪਣੇ ਸ਼ਬਦਾਂ 'ਚ ਦੱਸੋ। ਹੋ ਸਕਦਾ ਹੈ ਤੁਹਾਡੇ ਵਿੱਚੋਂ ਕਿਸੇ ਦੇ ਵਿਚਾਰ ਕਵੀ ਦੇ ਨਾਲ ਨਾ ਵੀ ਮਿਲਦੇ ਹੋਣ, ਤਾਂ ਤੁਸੀਂ ਇਹ ਆਪੋ ਆਪਣੇ ਸ਼ਬਦਾਂ ਦੇ ਵਿੱਚ ਦੱਸਣਾ ਹੈ। ਫਿਰ ਜਮਾਤ ਦੇ ਵਿੱਚ ਆਪਣੇ ਅਧਿਆਪਕ ਦੇ ਨਾਲ ਤੇ ਆਪਣੇ ਨਾਲ ਦੇ ਸਹਿਪਾਠੀਆਂ ਦੇ ਨਾਲ ਵਿਚਾਰ ਚਰਚਾ ਕਰਨੀ ਹੈ ਕਿ ਜਿਸ ਨੂੰ ਇਹ ਲੱਗਦਾ ਹੈ ਕਿ ਸੱਚਮੁੱਚ ਰਿਸ਼ਤੇ ਗੁਆਚ ਗਏ ਤਾਂ ਕਿਉਂ ਗੁਆਚ ਗਏ। ਜੇ ਕਿਸੇ ਨੂੰ ਲੱਗਦਾ ਹੈ ਕਿ ਹਾਲੇ ਨਹੀਂ ਗਵਾਚੇ ਤਾਂ ਕਿਸ ਆਧਾਰ ਤੇ ਉਹਨੂੰ ਲੱਗਦਾ ਹੈ ਕਿ ਨਹੀਂ ਗਵਾਚੇ। ਇਹਦੇ ਨਾਲ ਨਾਲ ਬੇਟਾ ਭੈਣ ਭਰਾ ਦੇ ਰਿਸ਼ਤੇ ਨਾਲ ਸੰਬੰਧਿਤ ਅਸੀਂ ਬਹੁਤ ਸਾਰੇ ਤਿਉਹਾਰ ਮਨਾਉਂਦੇ ਹਾਂ। ਤੁਹਾਨੂੰ ਪਤਾ ਹੀ ਹੈ, ਅਸੀਂ ਭਾਰਤ ਨੂੰ ਬਹੁਤ ਸਾਰੇ ਤਿਉਹਾਰਾਂ ਦਾ ਦੇਸ਼ ਕਹਿੰਦੇ ਆ। ਉਹਦੇ ਨਾਲ ਨਾਲ ਪੰਜਾਬ ਸੂਬੇ ਵਿੱਚ ਵੀ ਬਹੁਤ ਸਾਰੇ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਜਿਹੜੇ ਉਹ ਮਨਾਏ ਜਾਂਦੇ ਆ। ਤਾਂ ਤੁਸੀਂ ਇਹ ਦੱਸ ਸਕਦੇ ਹੋ ਕਿ ਉਹ ਕਿਹੜੇ ਕਿਹੜੇ ਤਿਉਹਾਰ ਹੈ। ਤਾਂ ਤੁਸੀਂ ਆਪਣੀ ਸੋਚ ਦੇ ਆਧਾਰ ਤੇ ਦੱਸੋ ਆਪਣੀ ਜਮਾਤ ਦੇ ਵਿੱਚ ਆਪਣੇ ਅਧਿਆਪਕ ਨੂੰ ਤੇ ਸਹਿਪਾਠੀਆਂ ਨੂੰ ਕਿ ਕਿਹੜੇ ਕਿਹੜੇ ਤਿਉਹਾਰ ਹੈ ਜਿਹੜੇ ਉਹ ਭੈਣ ਭਰਾ ਦੇ ਪਿਆਰ ਨੂੰ ਪ੍ਰਗਟਾਉਂਦੇ, ਯਾਨੀ ਕਿ ਭੈਣ ਭਰਾ ਦੇ ਪਿਆਰ ਨੂੰ ਦੱਸਣ ਵਾਲੇ ਅਸੀਂ ਕਿਹੜੇ ਕਿਹੜੇ ਤਿਉਹਾਰ ਮਨਾਉਂਦੇ ਆ। ਤਾਂ ਬੱਚਿਓ, ਇਸ ਕਵਿਤਾ ਦਾ ਸੰਦੇਸ਼ ਅਸੀਂ ਯਾਦ ਰੱਖਣਾ ਹੈ। ਅਸੀਂ ਸਮਾਜ ਦੇ ਵਿੱਚੋਂ ਇਹਨਾਂ ਰਿਸ਼ਤਿਆਂ ਨੂੰ ਗੁਆਚਣ ਨਹੀਂ ਦੇਣਾ। ਜੇ ਸਾਨੂੰ ਲੱਗਦਾ ਹੈ ਕਿ ਉਹ ਗੁਆਚ ਰਹੇ ਹੈ ਤਾਂ ਫਿਰ ਤੋਂ ਅਸੀਂ ਇਹਨਾਂ ਦੀ ਪਵਿੱਤਰਤਾ ਕਾਇਮ ਰੱਖਣ ਦੇ ਲਈ ਇਕੱਠੇ ਹੋ ਕੇ ਯਤਨ ਕਰਨੇ ਆ।